ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅਰਦਾਸ ਦੀ ਉਸ ਪੰਕਤੀ ਦੇ ਵਾਰਸ ਬਣ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਾਵਨ ਗੁਰਬਾਣੀ ਦੇ ਦੀਦਾਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 42 ਦੇ ਉੱਪਰ ਪਹੁੰਚੇ ਹਾਂ। ਪਹਿਲਾਂ 33 ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦੇ, ਫਿਰ 31 ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ, ਤੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ। ਉਹਦਾ ਪ੍ਰੋਪਰ ਵੇਰਵਾ ਪਿੱਛੇ ਸ਼ਬਦ ਦੇ ਅਖੀਰਲੇ ਅੰਕਾਂ ਵਿੱਚ ਦਿੱਤਾ ਗਿਆ ਸੀ। ਅੱਜ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਸ਼ੁਰੂ ਹੋ ਰਹੇ ਨੇ। ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਪਾਂ ਸਿੱਖਣ ਦਾ ਯਤਨ ਕੀਤਾ। ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ। ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ, ਤੇ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇੱਥੋਂ ਸ਼ਬਦ ਸ਼ੁਰੂ ਹੋ ਰਹੇ ਨੇ। ਆਓ ਦੀਦਾਰ ਕਰੀਏ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪਹਿਲਾ। ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਸ੍ਰੀ ਰਾਗ ਦਾ 71ਵਾਂ ਸ਼ਬਦ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਸ਼ਬਦ ਹੈ। ਸ਼ਬਦ ਦੇ ਅਖੀਰ ਤੇ 4, 1, 71 ਇਹ ਅੰਕ ਸਾਨੂੰ ਇਸ਼ਾਰਾ ਕਰ ਰਹੇ ਨੇ। ਸਵਰ ਤਾਲ ਦੇ ਭੇਦ ਅਨੁਸਾਰ ਪਹਿਲੇ ਘਰ ਵਿੱਚ ਸਤਿਗੁਰੂ ਜੀ ਗਾਉਂਦੇ ਨੇ ਤੇ ਗਾਉਣ ਦਾ ਸੰਦੇਸ਼ ਦਿੰਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਿਖਾ ਰਹੇ ਨੇ, ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸ਼ਿੰਗਾਰ। ਮਨੁੱਖ ਨੂੰ ਪਰਿਵਾਰ ਮਿਲਦਾ ਹੈ, ਪਤਨੀ, ਪੁੱਤਰ, ਧੀਆਂ, ਭੈਣ ਭਰਾ। ਜੇ ਤਾਂ ਸੈਲਫਿਸ਼ ਹੋ ਕੇ ਮੋਹ ਦੇ ਵਿੱਚ ਡੁੱਬ ਜਾਂਦਾ ਹੈ, ਫਿਰ ਬੰਦਾ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਤਾਂ ਸਭ ਕੁਝ ਕਰਦਾ ਹੈ, ਆਪਾ ਵਾਰ ਦਿੰਦਾ ਹੈ। ਦੂਜਿਆਂ ਦੇ ਬੱਚਿਆਂ ਲਈ ਕਰਨਾ ਉਹਦੇ ਧਿਆਨ ਚੇਤੇ ਹੀ ਨਹੀਂ ਹੁੰਦਾ। ਦੂਜਿਆਂ ਦੇ ਤਾਂ ਦੂਰ ਦੀ ਬਾਤ ਹੈ, ਆਪਣੇ ਭਰਾ ਦੇ ਬੱਚਿਆਂ ਲਈ ਨਹੀਂ ਕਰ ਰਿਹਾ ਹੁੰਦਾ। ਉਹ ਮੋਹ ਦੇ ਵਿੱਚ ਗ੍ਰਸਤ ਹੋਇਆ ਪਿਆ। ਇੱਥੇ ਸਤਿਗੁਰੂ ਜੀ ਕਹਿੰਦੇ, ਤੂੰ ਇਤਨਾ ਮੋਹ ਵਿੱਚ ਲਪਟ ਗਿਆ, ਤੈਨੂੰ ਆਪਣੇ ਪੁੱਤਰਾਂ ਧੀਆਂ ਦਾ ਦੁੱਖ ਤੇ ਦੁੱਖ ਦਿਸਦਾ ਹੈ, ਦੂਸਰੇ ਦੇ ਪੁੱਤਾਂ ਧੀਆਂ ਦੇ ਦੁੱਖ ਦਾ ਤੈਨੂੰ ਅਹਿਸਾਸ ਹੀ ਨਹੀਂ ਹੁੰਦਾ। ਮਨੁੱਖ ਨੂੰ ਲੱਗਦਾ ਮੇਰਾ ਪੁੱਤਰ ਔਖਾ ਨਾ ਹੋਵੇ, ਕਿਸੇ ਦਾ ਪੁੱਤਰ ਔਖਾ ਹੁੰਦਾ ਤੇ ਕੋਈ ਗੱਲ ਨਹੀਂ।
ਮੇਰਾ ਪੁੱਤਰ ਸਤਸੰਗਤ ਤੋਂ ਦੂਰ ਨਾ ਜਾਵੇ, ਦੂਜਿਆਂ ਦੇ ਜਾਂਦੇ ਤਾਂ ਕੋਈ ਗੱਲ ਨਹੀਂ। ਇਹ ਮੋਹ ਦੇ ਵਿੱਚ, ਸਵਾਰਥ ਦੇ ਵਿੱਚ ਮਨੁੱਖ ਭਿੱਜਿਆ ਹੋਇਆ, ਆਪਣੇ ਪਰਿਵਾਰ, ਪੁੱਤਰਾਂ ਧੀਆਂ ਦੇ ਸੈਲਫਿਸ਼ ਮੋਹ ਦੇ ਵਿੱਚ। ਰਸ ਭੋਗਹਿ ਖੁਸ਼ੀਆਂ ਕਰਹਿ ਮਾਣਹਿ ਰੰਗ ਅਪਾਰ। ਖੁਸ਼ੀਆਂ ਮਾਣਦਾ ਹੈ, ਰਸ ਭੋਗਦਾ ਹੈ, ਬੜੀਆਂ ਖੁਸ਼ੀਆਂ, ਬੜਾ ਆਨੰਦ ਉਸ ਪਰਿਵਾਰ ਦੇ ਵਿੱਚੋਂ ਸਮਝਦਾ ਹੈ। ਫਿਰ ਬਹੁਤ ਕਰੈ ਫਰਮਾਇਸੀ ਵਰਤੈ ਹੋਏ ਅਫਾਰ। ਫਿਰ ਮਨੁੱਖ ਨੂੰ ਲੱਗਦਾ ਹੈ ਸਾਰੇ ਮੇਰੀ ਗੱਲ ਮੰਨਣ। ਇਸ ਭਾਵਨਾ ਵਿੱਚ ਵਰਤੈ ਹੋਏ ਅਫਾਰ ਭਾਵ ਮਨ ਆਫਰਿਆ ਹੋਇਆ ਫਿਰਦਾ ਹੈ। ਪਤਨੀ ਮੇਰੀ ਗੱਲ ਮੰਨੇ, ਪੁੱਤਰ ਧੀਆਂ ਮੇਰੀ ਗੱਲ ਮੰਨਣ। ਹੌਲੀ ਹੌਲੀ ਇਹ ਫਾਰਮੂਲਾ ਬਾਹਰ ਰਿਸ਼ਤੇਦਾਰਾਂ ਤੇ, ਮਿੱਤਰਾਂ ਦੋਸਤਾਂ ਤੇ ਲਾਉਂਦਾ ਹੈ। ਹਰ ਕੋਈ ਹਰ ਕਿਸੇ ਦੀ ਗੱਲ ਨਹੀਂ ਮੰਨਦਾ ਹੁੰਦਾ। ਨਤੀਜਾ ਕੀ ਹੁੰਦਾ ਹੈ? ਫਿਰ ਇਸ ਭਾਵਨਾ ਦੇ ਵਿੱਚ ਉਹ ਰਿਸ਼ਤਿਆਂ ਨੂੰ ਨਰਕ ਬਣਾ ਲੈਂਦਾ ਹੈ, ਟੁੱਟਣ ਲੱਗ ਜਾਂਦਾ ਹੈ। ਫਿਰ ਉਹ ਆਪਣੇ ਪਰਿਵਾਰ ਨੂੰ ਨਰਕ ਬਣਾ ਲੈਂਦਾ ਹੈ। ਉਹਨੂੰ ਅਸਲੀ ਜੀਵਨ ਦੀ ਰਮਝ ਸਮਝ ਨਹੀਂ ਲੱਗਦੀ। ਕਰਤਾ ਚਿਤ ਨ ਆਵਈ ਮਨਮੁਖ ਅੰਧ ਗਵਾਰ। ਮਨ ਦੇ ਪਿੱਛੇ ਲੱਗ ਕੇ ਕਰਤੇ ਪੁਰਖ ਦਾ ਭੈ ਚੱਕ ਲੈਂਦਾ ਹੈ। ਅੰਦਰ ਅਗਿਆਨਤਾ ਕਰਕੇ ਅੰਦਰ ਹਨੇਰਾ ਹੈ। ਜਿਸ ਪਰਿਵਾਰ ਦੇ ਮੋਹ ਵਿੱਚ ਫੈਸਲੇ ਲੈਂਦਾ ਹੈ ਨਾ, ਜਿਸ ਪਰਿਵਾਰ ਲਈ ਆਪਾ ਵਾਰ ਦਿੰਦਾ ਹੈ, ਉਸ ਪਰਿਵਾਰ ਦੇ ਅੰਦਰ ਚੰਗੇ ਸੰਸਕਾਰ, ਏਕਤਾ, ਇਤਫਾਕ, ਆਪਸੀ ਪਿਆਰ ਬਣਿਆ ਰਵੇ, ਇਹਦੇ 'ਚ ਫੇਲ ਹੋ ਜਾਂਦਾ ਹੈ। ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਿਆ ਨਹੀਂ ਜਾ ਰਿਹਾ ਹੁੰਦਾ, ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਚੋਟਾਂ ਮਾਰੀਆਂ ਜਾ ਰਹੀਆਂ। ਸੋਝੀ ਨਾ ਹੋਣ ਕਰਕੇ, ਅਸਲੀ ਮਾਰਗ ਦਾ ਗਿਆਨ ਨਾ ਹੋਣ ਕਰਕੇ ਅੰਦਰੋਂ ਮਨ ਅੰਧਾ ਹੈ, ਇਹਨੂੰ ਪਤਾ ਹੀ ਨਹੀਂ ਲੱਗਦਾ ਹੋ ਕੀ ਰਿਹਾ। ਗਵਾਰ ਮਨ ਮੂਰਖ ਹੈ। ਸਤਿਗੁਰੂ ਕਹਿੰਦੇ ਐ ਮਨਾ ਮੇਰੇ ਮਨ ਸੁਖ ਦਾਤਾ ਹਰ ਸੋਏ। ਤੂੰ ਸੋਚਦਾ ਸੀ ਰੰਗ ਤਮਾਸ਼ਿਆਂ ਵਿੱਚ ਹੀ ਖੁਸ਼ੀਆਂ ਨੇ, ਤੂੰ ਸੋਚਦਾ ਸੀ ਪੈਸੇ ਪ੍ਰਾਪਰਟੀ ਵਿੱਚ ਹੀ ਖੁਸ਼ੀਆਂ ਨੇ। ਜਿਉਂ-ਜਿਉਂ ਪੈਸਾ, ਪ੍ਰਾਪਰਟੀ ਇਹ ਸਭ ਕੁਝ ਇਕੱਤਰ ਕਰਦਾ ਗਿਆ, ਤੂੰ ਤੇ ਚਿੰਤਾਵਾਂ ਦੀ ਉਲਝਣ ਤਾਣੀ ਦੇ ਜਾਲ ਵਿੱਚ ਫਸ ਗਿਆ। ਸੁੱਖਾਂ ਦਾ ਦਾਤਾ ਤੇ ਵਾਹਿਗੁਰੂ ਸੀ। ਆਨੰਦ ਤੇ ਵਾਹਿਗੁਰੂ ਜੀ ਦੀ ਯਾਦ ਵਿੱਚੋਂ ਨਿਕਲਣਾ ਸੀ। ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚੋਂ ਨਿਕਲਣਾ ਸੀ। ਉਹਦੀ ਭੈ ਭਾਵਨੀ ਵਿੱਚ ਫੈਸਲੇ ਲੈ ਕੇ ਅੰਦਰ ਆਨੰਦ ਬਣਨਾ ਸੀ। ਘਰ ਵਿੱਚ ਏਕਤਾ ਬਣਨੀ ਸੀ। ਵਾਹਿਗੁਰੂ ਜੀ ਦੀ ਬਖਸ਼ਿਸ਼ ਆਉਣੀ ਸੀ। ਉਸ ਬਖਸ਼ਿਸ਼ ਦੀ ਨਿਸ਼ਾਨੀ ਇਹ ਹੋਣੀ ਸੀ, ਪਰਿਵਾਰਕ ਮੈਂਬਰ ਇੱਕ ਦੂਸਰੇ ਦੀਆਂ ਭਾਵਨਾਵਾਂ ਸਮਝ ਕੇ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਦੇ। ਪਰ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਤੋਂ ਵਾਂਝੇ ਹੋਣ ਕਰਕੇ ਘਰ ਵਿੱਚ ਇੱਕ ਦੂਸਰੇ ਦੀਆਂ ਭਾਵਨਾਵਾਂ ਸਮਝਣ ਨਾਮ ਦੀ ਚੀਜ਼ ਹੀ ਕੋਈ ਨਹੀਂ ਰਹੇਗੀ। ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਚੋਟਾਂ ਮਾਰ ਮਾਰ ਕੇ ਹਰ ਕੋਈ ਆਪਣੇ ਆਪ ਨੂੰ ਪੰਨੇ ਖਾਂ ਕਹਾ ਰਿਹਾ ਹੈ, ਪਰਫੈਕਟ ਕਹਾ ਰਿਹਾ ਹੈ। ਨੂੰਹ ਨੂੰ ਲੱਗਦਾ ਸੱਸ ਸਹੁਰਾ ਗਲਤ ਨੇ, ਸੱਸ ਸਹੁਰੇ ਨੂੰ ਲੱਗਦਾ ਨੂੰਹ ਗਲਤ ਹੈ। ਪਤਨੀ ਨੂੰ ਲੱਗਦਾ ਪਤੀ ਗਲਤ ਹੈ ਤੇ ਪਤੀ ਨੂੰ ਲੱਗਦਾ ਪਤਨੀ ਗਲਤ ਹੈ। ਮਾਪਿਆਂ ਨੂੰ ਲੱਗਦਾ ਬੱਚਿਆਂ ਨੂੰ ਕੁਝ ਨਹੀਂ ਪਤਾ, ਇਹਨਾਂ ਨੂੰ ਸੋਝੀ ਨਹੀਂ ਹੈ। ਬੱਚੇ ਕਹਿੰਦੇ ਮਾਪਿਆਂ ਨੂੰ ਸੋਝੀ ਨਹੀਂ ਹੈ। ਘਰ ਨਰਕ ਬਣ ਗਿਆ। ਕਿਉਂ? ਜਿਸ ਸੁਖ ਦਾਤੇ ਵਾਹਿਗੁਰੂ ਜੀ ਨੇ ਘਰ ਵਿੱਚ ਏਕਤਾ, ਇਤਫਾਕ, ਦੂਰਦ੍ਰਿਸ਼ਟਤਾ ਆਦਿਕ ਵਰਗੇ ਗੁਣ ਦੇਣੇ ਸੀ, ਜਿਨ੍ਹਾਂ ਨੇ ਸੁਭਾਉ ਸੋਚ ਨੂੰ ਸ਼ਿੰਗਾਰਨਾ ਸੀ, ਉਹਨੂੰ ਤੇ ਭੁਲਾ ਬੈਠਾ। ਅੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਖ ਦਾਤੇ ਵਾਹਿਗੁਰੂ ਜੀ ਨੇ ਆਨੰਦ ਰਸ ਕਿਵੇਂ ਪੈਦਾ ਕਰਨਾ ਸੀ? ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ। ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਵਿੱਚੋਂ ਨਿਕਲੇ ਹੋਏ ਬਚਨਾਂ ਦੇ ਵਿੱਚ ਉਪਦੇਸ਼ ਨੇ। ਉਹ ਗੁਰ ਸਰੂਪ ਹੈ, ਟੈਕਨੀਕ ਹੈ, ਜੀਵਨ ਕਿਵੇਂ ਜਿਉਣਾ ਹੈ। ਗੁਰ ਨੂੰ ਟੈਕਨੀਕ ਕਹਿੰਦੇ ਨੇ। ਗੁਰ ਤੂੰ ਕਿੱਥੋਂ ਲਿਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਗੁਰ ਸਰੂਪ ਦੇ ਦੀਦਾਰ ਕਰਨੇ ਨੇ। ਗੁਰ ਸਰੂਪ ਨੂੰ ਸਮਝਣਾ, ਪਿਆਰ ਕਰਨਾ ਹੈ ਤੇ ਗੁਰ ਸਰੂਪ ਨੂੰ ਮੰਨਣਾ ਹੈ।
ਇਸ ਦੀ ਕਿਰਪਾ ਹੋਣੀ ਹੈ, ਗੁਰਪ੍ਰਸਾਦੀ ਪਾਈ ਹੈ, ਇਹਦੇ ਚੋਂ ਬਖਸ਼ਿਸ਼ ਨਿਕਲਣੀ ਹੈ, ਕਰਮ ਪ੍ਰਾਪਤ ਹੋਏ। ਬਖਸ਼ਿਸ਼ ਵਾਲੇ ਸੁਭਾਅ ਨੇ ਇੱਕ ਦੂਸਰੇ ਦੀ ਕਦਰ ਕਰਨੀ ਹੈ। ਜੇ ਪਤੀ ਪਤਨੀ ਦੀ ਕਦਰ ਨਹੀਂ ਕਰ ਰਿਹਾ, ਉਹਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਰਿਹਾ, ਸਗੋਂ ਉਹਦੀਆਂ ਭਾਵਨਾਵਾਂ ਨੂੰ ਚਕਨਾਚੂਰ ਕਰਦਾ ਪਿਆ ਹੈ। ਪਤਨੀ ਪਤੀ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੀ, ਉਹਦੀਆਂ ਭਾਵਨਾਵਾਂ ਨੂੰ ਦਰੜ ਕੇ ਰੱਖ ਦਿੰਦੀ ਹੈ, ਮਸਲ ਕੇ ਰੱਖ ਦਿੰਦੀ ਹੈ। ਬੱਚੇ ਮਾਪਿਆਂ ਨੂੰ ਟਿੱਚ ਜਾਣਦੇ ਨੇ, ਮਾਪਿਆਂ ਦੀ ਗੱਲ ਹੀ ਨਹੀਂ ਮੰਨਦੇ, ਖਿੱਝਦੇ ਨੇ, ਖਪਦੇ ਨੇ, ਕੁਸੰਗ ਵਿੱਚ ਫਸਦੇ ਨੇ। ਮਾਪਿਆਂ ਨੂੰ ਬੱਚਿਆਂ ਦਾ ਲੈਵਲ ਸਮਝ ਹੀ ਨਹੀਂ ਆ ਪਾ ਰਿਹਾ, ਬੱਚਿਆਂ ਦਾ ਟੈਲੈਂਟ ਨਹੀਂ ਸਮਝ ਆ ਰਿਹਾ, ਬੱਚਿਆਂ ਨੂੰ ਸੰਸਕਾਰ ਦੇਣ ਵਾਸਤੇ ਸੁੱਝ ਹੀ ਨਹੀਂ ਸਮਝ ਆ ਰਹੀ। ਇਹਦਾ ਮਤਲਬ ਘਰ ਵਿੱਚ ਬਖਸ਼ਿਸ਼ ਨਹੀਂ ਹੋਈ। ਆਖੋ, ਬਖਸ਼ਿਸ਼ ਮਿਲਣੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਸਰੂਪ ਨਾਲ ਸਾਂਝ ਪਾ ਕੇ, ਗੁਰੂ ਦੇ ਉਪਦੇਸ਼ਾਂ ਦੇ ਨਾਲ ਪਿਆਰ। ਜਿਉਂ-ਜਿਉਂ ਗੁਰੂ ਦੇ ਉਪਦੇਸ਼ਾਂ ਦੀ ਸਮਝ ਆਉਣੀ ਸੀ, ਉਹਦੇ 'ਚੋਂ ਪਤਾ ਲੱਗਣਾ ਸੀ ਮੇਰੇ ਗੁਰੂ ਸਾਹਿਬ ਕੀ ਕਹਿ ਰਹੇ ਨੇ। ਉਹ ਜਿਹੜੀ ਆਵਾਜ਼, ਉਹ ਜੋ ਸੱਚਾ ਗਿਆਨ, ਉਸ ਸਤਿਗੁਰ ਸਰੂਪ ਦੇ ਦੀਦਾਰ ਕਰਨੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਸਤਿਗੁਰ ਸਰੂਪ ਦੇ ਨਾਲ ਸਾਂਝ ਪਾਉਣੀ ਸੀ। ਧਰਮ ਦੇ ਕਰਮ ਤੇ ਕੀਤੇ, ਗੁਰੂ ਦੀ ਬਾਤ ਸਮਝ ਆ ਜਾਵੇ, ਗੁਰੂ ਦੇ ਉਪਦੇਸ਼ ਸਮਝ ਆ ਜਾਣ, ਗੁਰੂ ਸਾਹਿਬ ਕੀ ਕਹਿੰਦੇ ਨੇ ਉਹ ਅਰਥ ਸਮਝ ਆ ਜਾਣ, ਉਹ ਸਿੱਖਣ ਲਈ ਤੇ ਯਤਨ ਹੀ ਨਹੀਂ ਕੀਤਾ, ਟਾਈਮ ਹੀ ਨਹੀਂ ਕੱਢਿਆ। ਯਤਨ ਤੇ ਦੂਰ ਦੀ ਬਾਤ ਹੈ। ਤੇਰੀ ਜ਼ਿੰਦਗੀ ਦਾ ਸਾਰਾ ਸਮਾਂ ਪਰਿਵਾਰ ਦੇ ਸਵਾਰਥੀ ਮੋਹ ਵਿੱਚ ਫਸ ਕੇ, ਕੱਪੜ ਭੋਗ ਲਪਟਾਇਆ, ਸੋਇਨਾ ਰੂਪਾ ਖਾਕ, ਪਹਿਨਣ ਦਾ, ਫੈਸ਼ਨ ਦਾ ਰਸ, ਵਿਖਾਵੇ ਦਾ ਰਸ। ਸੋਨਾ ਚਾਂਦੀ ਪਹਿਨਿਆ ਹੋਵੇ, ਦੁਨੀਆ ਅਮੀਰ ਮੰਨੇਗੀ। ਸੋਹਣੇ ਸੋਹਣੇ ਕੱਪੜੇ ਹੋਣ, ਦੁਨੀਆ ਬੜਾ ਸਿਆਣਾ ਮੰਨੇਗੀ। ਇਸ ਭੁਲੇਖੇ ਵਿੱਚ ਉਲਝ ਗਿਆ। ਹੈਵਰ ਗੈਵਰ ਬਹੁ ਰੰਗ ਕੀਏ। ਵਾਹਿਗੁਰੂ, ਦੁਬਾਰੇ ਪੜ੍ਹੀਏ ਜੀ। ਹੈਵਰ ਗੈਵਰ ਬਹੁ ਰੰਗੇ, ਕੀਏ ਰਥ ਅਥਾਕ। ਹੈਵਰ ਗੈਵਰ, ਹਾਥੀ ਘੋੜੇ। ਹਾਥੀ ਘੋੜੇ ਹੋਣ ਮੇਰੇ ਘਰ ਵਿੱਚ, ਪਤਾ ਲੱਗੇ ਮੈਂ ਅਮੀਰ ਹਾਂ। ਕੀਏ ਰਥ ਅਥਾਕ, ਐਸੇ ਰਥ ਰੱਖ ਲਏ ਜਿਹੜੇ ਥੱਕਦੇ ਹੀ ਨਹੀਂ, ਰੁਕਦੇ ਹੀ ਨਹੀਂ। ਪ੍ਰੋਪਰਟੀ ਨੂੰ ਇੱਕ ਐਸੇ ਹੰਕਾਰ ਦਾ ਰਸ ਬਣਾ ਲਿਆ ਕਿ ਮੇਰੇ ਕੋਲ ਪ੍ਰੋਪਰਟੀ ਹੈ, ਮੈਂ ਬਹੁਤ ਵੱਡਾ ਅਮੀਰ ਹਾਂ। ਮੇਰੇ ਕੋਲੇ ਫੈਸਿਲਿਟੀ ਲਗਜ਼ਰੀ ਹੈ, ਮੈਂ ਬਹੁਤ ਵੱਡਾ ਅਮੀਰ ਹਾਂ। ਕਿਸ ਹੀ ਚਿਤ ਨ ਪਾਵਹੀ, ਵਿਸਰਿਆ ਸਭ ਸਾਕ। ਉਸ ਅਮੀਰੀ ਦੇ ਹੰਕਾਰ ਵਿੱਚ ਬਾਕੀ ਰਿਸ਼ਤਿਆਂ ਨੂੰ ਸਮਝੇ ਹੀ ਕੁਛ ਨਹੀਂ। ਆਖੋ ਵਾਹਿਗੁਰੂ, ਉਹਨਾਂ ਰਿਸ਼ਤਿਆਂ ਤੋਂ ਟੁੱਟ ਗਿਆ, ਉਹਨਾਂ ਰਿਸ਼ਤਿਆਂ ਦੀ ਕਦਰ ਨਾ ਕੀਤੀ। ਆਪਣੇ ਸੁਭਾਅ ਨੂੰ ਪਰਫੈਕਟ ਮੰਨ ਲਿਆ, ਬਾਕੀ ਸਾਰਿਆਂ ਨੂੰ ਨੀਵੇਂ ਘਟੀਆ ਮੰਨ ਲਿਆ। ਕਿਉਂ ਹੋ ਗਿਆ ਇਹ? ਇਹ ਬਖਸ਼ਿਸ਼ ਤੋਂ ਸਖਣਾ ਘਰ ਕਿਉਂ ਬਣ ਗਿਆ? ਇਹ ਬਖਸ਼ਿਸ਼ ਤੋਂ ਸਖਣਾ ਸੁਭਾਅ ਕਿਉਂ ਬਣ ਗਿਆ? ਕਿਉਂਕਿ ਸਿਰਜਣਹਾਰ ਭੁਲਾਇਆ, ਵਿਣ ਨਾਵੈ ਨਾ ਪਾਕ। ਸਿਰਜਣਹਾਰ ਵਾਹਿਗੁਰੂ ਜੀ ਦੀ ਬਖਸ਼ਿਸ਼ ਲੈਣ ਦਾ ਤਰੀਕਾ ਹੀ ਭੁਲਾ ਲਿਆ। ਉਹ ਤੇ ਸਿਰਜਣਹਾਰ ਦੇ ਰੱਬੀ ਉਪਦੇਸ਼, ਗਿਆਨ ਰੂਪੀ ਨਾਮ ਦੇ ਨਾਲ ਪਿਆਰ ਦੀ ਸਾਂਝ ਪਾਉਣੀ ਸੀ ਤੂੰ। ਉਹ ਗਿਆਨ ਰੂਪੀ ਨਾਮ ਜਿਹੜਾ ਹੈ ਨਾ, ਉਹ ਗੁਰ ਸਰੂਪ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਤੂੰ ਮੋਤੀ ਚੁਗਣੇ ਸੀ। ਉਹ ਤਾਂ ਪੜ੍ਹਦਾ ਹੀ ਗਿਆ, ਪੜ੍ਹਦਾ ਹੀ ਗਿਆ, ਸਮਝੇ ਹੀ ਨਹੀਂ ਉਸ ਵਿੱਚੋਂ। ਸਮਝਣ ਲਈ ਟਾਈਮ ਨਹੀਂ ਕੱਢਿਆ, ਸਮਝਣ ਲਈ ਯਤਨ ਹੀ ਨਹੀਂ ਕੀਤਾ। ਉਸੇ ਨੇ ਤਾਂ ਗੁਰਸਰੂਪ ਬਣ ਕੇ, ਸਤਿਗੁਰ ਸਰੂਪ ਬਣ ਕੇ, ਰੱਬੀ ਉਪਦੇਸ਼ ਨੇ ਗਿਆਨ ਬਣ ਕੇ ਤੇਰੀ ਮੱਤ ਵਿੱਚ ਬੈਠਣਾ ਸੀ, ਜ਼ਿੰਦਗੀ 'ਚ ਸਾਥ ਦੇਣਾ ਸੀ। ਉਹਨੂੰ ਸਮਝਿਆ ਨਹੀਂ, ਸਾਂਝ ਨਹੀਂ ਪਾਈ, ਅੰਦਰੋਂ ਸੁਭਾਅ ਸੋਚ ਨੂੰ ਮੈਲਾ ਕਰਦਾ ਗਿਆ, ਕਰਦਾ ਗਿਆ। ਨਤੀਜਾ ਕੀ ਹੋਇਆ? ਲੈਂਦਾ ਬਦ ਦੁਆਏ ਤੂੰ, ਮਾਇਆ ਕਰੈ ਇਕੱਤ। ਮਾਇਆ ਇਕੱਠੀ ਕਰਨੀ, ਪੈਸਾ ਬਣਾਉਣਾ, ਪ੍ਰਾਪਰਟੀ ਬਣਾਉਣੀ, ਸਾਰੀ ਜ਼ਿੰਦਗੀ ਲਾਤੀ ਇਹਦੇ 'ਚ। ਬਦ ਅਸੀਸਾਂ ਲੈ ਰਿਹਾ। ਜਿਸ ਪਰਿਵਾਰ ਦੇ ਸਵਾਰਥੀ ਮੋਹ ਵਿੱਚ ਉਲਝਿਆ ਨਾ,
ਆਪਣੀ ਪਤਨੀ ਦੀਆਂ ਵੱਧ ਅਸੀਸਾਂ ਪਤੀ ਲੈ ਰਿਹਾ ਹੈ। ਪਤੀ ਦੀਆਂ ਵੱਧ ਅਸੀਸਾਂ ਦੁਰ ਅਸੀਸਾਂ ਪਤਨੀ ਲੈ ਰਹੀ ਹੈ। ਬੱਚੇ ਮਾਪਿਆਂ ਦੀਆਂ ਦੁਰ ਅਸੀਸਾਂ ਲਈ ਜਾ ਰਹੇ ਨੇ, ਮਾਪਿਆਂ ਨੂੰ ਦੁਖੀ ਕਰ ਕਰਕੇ, ਤੰਗ ਕਰਕੇ, ਖਿਜਾ ਖਿਜਾ ਕੇ, ਆਗਿਆਕਾਰੀ ਨਾ ਹੋ ਕੇ। ਮਾਪੇ ਬੱਚਿਆਂ ਦੀਆਂ ਦੁਰ ਅਸੀਸਾਂ ਲਈ ਜਾ ਰਹੇ ਨੇ, ਉਹਨਾਂ ਨੂੰ ਚੰਗੇ ਸੰਸਕਾਰ ਦੇਣੇ, ਉਹਨਾਂ ਨੂੰ ਗੁਰਮਤਿ ਦੇ ਸੰਸਕਾਰ ਦੇਣੇ, ਗੁਰੂ ਵਿਰਸੇ ਦੇ ਗਿਆਨ ਵੰਡਣਾ, ਉਹਨਾਂ ਨੂੰ ਗੁਰਮੁਖ ਸੁਭਾਅ ਸਿਖਾਉਣਾ। ਉਹਦੇ ਲਈ ਟਾਈਮ ਹੀ ਕੋਈ ਨਹੀਂ, ਮਾਹੌਲ ਹੀ ਕੋਈ ਨਹੀਂ ਕਰਦਾ। ਲੈਂਦਾ ਵਾਧੋ ਆਏ, ਦੁਰ ਅਸੀਸਾਂ ਲੈ ਲੈ ਕੇ ਮਾਇਆ ਇਕੱਠੀ ਕਰਦਾ, ਇਹਦੇ 'ਚ ਸੁੱਖ ਲੱਭਦਾ। ਜਿਸਨੂੰ ਤੂੰ ਪਤੀ ਆਏਂਦਾ ਸੋ ਸਣ ਤੁਝੈ ਅਨਿਤ। ਇਹ ਮਾਇਆ ਪ੍ਰਾਪਰਟੀ ਇਕੱਠੀ ਕਰਕੇ ਜਿਸ ਪਰਿਵਾਰ ਨੂੰ ਤੂੰ ਖੁਸ਼ ਕਰਨਾ ਚਾਹੁੰਦਾ ਨਾ, ਤੁਝੈ ਅਨਿਤ ਸੋ ਸਣ ਤੁਝੈ, ਉਹ ਤੇਰੇ ਸਮੇਤ ਉਹ ਵੀ ਸਾਰੇ ਅਨਿਤ ਨਾਸ਼ਵੰਤ ਨੇ ਪਿਆਰਿਆ। ਸੈਲਫਿਸ਼ ਦੇ ਰਿਸ਼ਤੇ ਟੁੱਟਦੇ ਨੇ, ਸਵਾਰਥੀ ਸੁਭਾਅ ਟੁੱਟਦਾ ਹੈ। ਬਾਹਰ ਟੁੱਟ ਜਾਏ ਤੇ ਸੰਭਲ ਜਾਂਦਾ, ਜੇ ਘਰ ਵਿੱਚ ਹੀ ਰਿਸ਼ਤੇ ਟੁੱਟ ਜਾਣ ਤੇ ਨਰਕ ਬਣ ਜਾਂਦਾ ਹੈ। ਬਾਹਰਲੇ ਰਿਸ਼ਤੇ ਟੁੱਟਣ ਦੇ ਹੋਰ ਬੜੇ ਕਾਰਨ ਹੁੰਦੇ ਨੇ। ਘਰ ਦੇ ਵਿੱਚ ਅਗਰ ਪਤੀ ਪਤਨੀ ਦਾ ਰਿਸ਼ਤਾ ਤਿੜਕਦਾ ਹੈ ਨਾ, ਬੱਚਿਆਂ ਤੇ ਮਾਪਿਆਂ ਦਾ ਰਿਸ਼ਤਾ ਜੇ ਤਿੜਕਦਾ ਹੈ ਨਾ, ਭੈਣ ਭਰਾਵਾਂ ਦਾ ਰਿਸ਼ਤਾ ਤਿੜਕਦਾ ਹੈ ਨਾ, ਉਹਦਾ ਕਾਰਨ ਆਪਣੇ ਸੁਭਾਅ ਦਾ, ਆਪਣੀ ਸੋਚ ਦਾ ਹੰਕਾਰ ਕਰਨਾ। ਅਹੰਕਾਰ ਕਰੈ ਅਹੰਕਾਰੀਆ, ਵਿਆਪਿਆ ਮਨ ਕੀ ਮਤ। ਅਹੰਕਾਰ ਕਰਕੇ ਤੂੰ ਅਹੰਕਾਰੀਆ ਬਣਿਆ। ਤੂੰ ਕਹਿੰਦਾ ਮੇਰਾ ਹੀ ਸੁਭਾਅ ਠੀਕ ਹੈ, ਸਾਰਿਆਂ ਨੂੰ ਮੇਰੇ ਸੁਭਾਅ ਅਨੁਸਾਰ ਹੀ ਹੋਣਾ ਚਾਹੀਦਾ। ਤੂੰ ਕਹਿੰਦਾ ਮੇਰੀ ਸੋਚ ਹੀ ਪਰਫੈਕਟ ਹੈ, ਹਰ ਇੱਕ ਨੂੰ ਮੇਰੀ ਸੋਚ ਮੁਤਾਬਕ ਹੀ ਸੋਚਣਾ ਚਾਹੀਦਾ। ਨਤੀਜਾ ਕੀ ਹੋਇਆ? ਖੁਦ ਸਭ ਕੁਝ ਗਵਾ ਲਿਆ। ਆਖੋ ਕਿਉਂ? ਤਿਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਜਦੋਂ ਅੰਦਰ ਅਹੰਕਾਰ ਹੈ, ਅੰਦਰ ਅਗਿਆਨਤਾ ਹੈ, ਅੰਦਰ ਸੈਲਫਿਸ਼ਨੈਸ ਹੈ, ਤੇ ਵਾਹਿਗੁਰੂ ਦਾ ਨਿਜ਼ਮ ਐਸਾ, ਉਸ ਨਿਜ਼ਮ ਰਾਹੀਂ ਉਹਨੇ ਆਪ ਹੀ ਤੈਨੂੰ ਭੁਲਾ ਦਿੱਤਾ। ਨਾ ਤੇਰੀ ਪਹਿਚਾਣ, ਨਾ ਸਤਿਕਾਰ। ਖੁਦ ਆਪਣੇ ਹੀ ਘਰ ਵਿੱਚ ਉਹ ਸਤਿਕਾਰ ਖਤਮ ਕਰ ਲੈਂਦਾ। ਗੁਰੂ ਦੀਆਂ ਨਜ਼ਰਾਂ ਵਿੱਚ, ਵਾਹਿਗੁਰੂ ਜੀ ਦੀਆਂ ਨਜ਼ਰਾਂ ਵਿੱਚ ਮਾਨ ਸਨਮਾਨ ਗਵਾ ਲੈਂਦਾ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਨਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਸਤਿਗੁਰ ਸਰੂਪ ਦੇ ਦੀਦਾਰ ਕਰਦੇ ਨੇ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਉਸ ਆਵਾਜ਼ ਦੇ, ਸੱਚੇ ਗਿਆਨ ਦੇ ਦੀਦਾਰ ਕਰਦੇ। ਉਹ ਸਤਿਗੁਰ ਸਰੂਪ ਖੁਦ ਰੱਬੀ ਉਪਦੇਸ਼ ਹੈ, ਰੱਬੀ ਗਿਆਨ ਹੈ। ਉਸਨੇ ਹੀ ਤੇ ਸਭ ਕੁਝ ਮਿਲਾਉਣਾ ਸੀ, ਉਸੇ ਨੇ ਤੇ ਸੁਭਾਅ ਸੋਚ ਤੇ ਕਿਰਪਾ ਕਰਨੀ ਸੀ। ਉਹੀ ਤੇ ਸੱਜਣ ਹੈ। ਆਖੋ ਉਹੀ ਤੇ ਅਸਲੀ ਮਿੱਤਰ ਹੈ, ਮਦਦਗਾਰ ਹੀ ਅਸਲੀ ਉਹ ਹੈ। ਬਾਕੀ ਮਦਦਗਾਰ ਤੇ ਮਦਦ ਕਰਕੇ ਆਪਣੇ ਫਾਇਦੇ ਵੀ ਵਿੱਚੋਂ ਖੱਟਣਾ ਚਾਹੁੰਦੇ ਹੁੰਦੇ। ਅਸੀਂ ਇਹਦੀ ਆਹ ਮਦਦ ਕਰ ਰਹੇ ਹਾਂ, ਇਹ ਸਾਡੇ ਲਈ, ਸਾਡੇ ਪਰਿਵਾਰ ਲਈ, ਸਾਡੇ ਬੱਚਿਆਂ ਲਈ ਆਹ ਕਰੇ। ਸੈਲਫਿਸ਼ ਮੋਹ ਵਿੱਚ ਫਸੇ ਹੁੰਦੇ ਆ। ਉਹ ਇੱਕੋ ਇੱਕ ਸੱਜਣ ਹੈ ਜਿਹਦੇ ਅੰਦਰ ਤਮਾ ਹੀ ਕੋਈ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਪਿੱਛੇ ਪੜਿਆ ਸੀ। ਤਮਾ ਹੀ ਕੋਈ ਨਹੀਂ, ਸੈਲਫਿਸ਼ ਹੀ ਕੋਈ ਨਹੀਂ, ਸਵਾਰਥੀ ਕੋਈ ਨਹੀਂ। ਉਹ ਅਸਲੀ ਸੱਜਣ ਹੈ। ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹਉ ਮੈਂ ਰੋਏ। ਉਹੀ ਤੇ ਆਪਣੇ ਸੇਵਕਾਂ ਦਾ ਰਾਖਾ ਹੈ, ਮਦਦਗਾਰ ਹੈ। ਸੇਵਕਾਂ ਦੀ ਜ਼ਿੰਦਗੀ ਦੇ ਵਿੱਚ, ਗੁਰੂ ਦੇ ਪਿਆਰਿਆਂ ਦੀ ਜ਼ਿੰਦਗੀ ਵਿੱਚ ਦੁੱਖ ਤੇ ਆ ਜਾਂਦੇ ਨੇ। ਦੁੱਖਾਂ ਵਿੱਚ ਵਾਹਿਗੁਰੂ ਜੀ ਬੌੜਦੇ ਨੇ, ਉਹਨਾਂ ਦਾ ਜਜ਼ਬਾ ਬਣਾ ਕੇ ਰੱਖਦੇ ਨੇ। ਉਹ ਮਿਸ਼ਨ ਤੇ ਤੁਰਦੇ ਨੇ, ਅੱਗੇ ਵੱਧਦੇ ਨੇ, ਰੁਕਦੇ ਨਹੀਂ। ਦੁਨੀਆ ਇੱਕ ਰਾਹ ਖੋਲਦੀ ਹੈ, ਵਾਹਿਗੁਰੂ ਜੀ ਪਰਉਪਕਾਰ ਦੇ ਹੋਰ ਨਵੇਂ ਰਾਹ ਖੋਲ ਦਿੰਦੇ ਨੇ। ਤੁਰਦੇ ਰਹਿੰਦੇ ਨੇ, ਤੁਰਦੇ ਰਹਿੰਦੇ ਨੇ, ਕਿਉਂਕਿ ਵਾਹਿਗੁਰੂ ਜੀ ਨੂੰ ਸਮਰਪਿਤ ਹੁੰਦੇ ਨੇ, ਆਪਣੇ ਗੁਰੂ ਨੂੰ ਸਮਰਪਿਤ ਹੁੰਦੇ ਨੇ, ਫੁੱਲੀ ਡੈਡੀਕੇਟਡ ਹੁੰਦੇ ਨੇ, ਫੁੱਲੀ ਸਰੈਂਡਰ ਹੁੰਦੇ ਨੇ।
ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਕਿ ਮਾਨਸ ਹਉਮੈ ਰੋਏ। ਐਵੇਂ ਹਉਮੈ ਦੇ ਵਿੱਚ ਆਪਣੇ ਸੁਭਾਅ ਨੂੰ, ਸੋਚ ਨੂੰ ਪਰਫੈਕਟ ਬਣ ਕੇ ਜ਼ਿੰਦਗੀ 'ਚ ਰੋਣੇ ਸਹੇੜਦਾ ਹੈ। ਜੋ ਹਰ ਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਏ। ਜਿਹੜਾ ਸੁਭਾਅ, ਜਿਹੜੀ ਸੋਚ ਰੱਬ ਨੂੰ ਭਾ ਜਾਂਦੀ ਹੈ, ਵਾਹਿਗੁਰੂ ਜੀ ਨੂੰ ਭਾ ਜਾਂਦੀ ਹੈ, ਉਹਦੀ ਜ਼ਿੰਦਗੀ 'ਚ ਦੁੱਖ ਆਉਣ, ਉਹ ਅੰਦਰੋਂ ਦੁਖੀ ਨਹੀਂ ਹੁੰਦਾ, ਔਰ ਕੁਸੰਗ ਦੇ ਰਸਾਂ ਵਿੱਚ ਉਹਦਾ ਮਨ ਫੇਰੀ ਨਹੀਂ ਪਾਉਂਦਾ। ਉਹਦੇ ਅੰਦਰ ਪਸ਼ੂ ਪ੍ਰਵਿਰਤੀਆਂ ਨਹੀਂ ਆਉਂਦੀਆਂ। ਉਹਨੂੰ ਵਾਹਿਗੁਰੂ ਜੀ ਔਗਣਾਂ ਤੋਂ ਬਚਾ ਲੈਂਦੇ ਨੇ। ਨਾਨਕ ਰਤਾ ਰੰਗ ਸਭ, ਵਾਹਿਗੁਰੂ ਨਾਨਕ ਰਤਾ ਰੰਗ ਹਰ, ਸਭ ਜਗ ਮਹਿ ਚਾਨਣ ਹੋਏ। ਵਾਹਿਗੁਰੂ ਜੀ ਦੇ ਪਿਆਰ ਦੇ ਵਿੱਚ ਭਿੱਜੇ ਰਹਿੰਦੇ ਨੇ। ਉਹ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਰਸ ਵਿੱਚ ਜਿਉਂਦੇ ਨੇ। ਉਹ ਰੱਬ ਤੋਂ ਡਰ ਕੇ ਫੈਸਲੇ ਲੈਂਦੇ। ਕੋਈ ਉਹਨਾਂ ਨਾਲ ਮਿਸਬਿਹੇਵ ਕਰਦਾ ਹੈ, ਦੁਰਵਿਵਹਾਰ ਕਰਦਾ ਹੈ, ਉਹ ਬਦਲਾ ਲਊ ਭਾਵਨਾ ਨਹੀਂ ਰੱਖਦੇ। ਆਪਣੇ ਗੁਰੂ ਦੀ ਭੈ ਭਾਵਨੀ ਵਿੱਚ, ਗੁਰੂ ਦੇ ਉਪਦੇਸ਼ ਰਾਹੀਂ ਫੈਸਲੇ ਲੈਂਦੇ ਨੇ। ਸਭ ਜਗ ਮਹਿ ਚਾਨਣ ਹੋਏ। ਉਹ ਦੁਨੀਆ ਤੇ ਦੂਸਰਿਆਂ ਲਈ, ਇੱਥੇ ਚਾਨਣ ਦੇ ਅਰਥ ਹੈ ਚਾਨਣ ਮੁਨਾਰਾ, ਆਈਡੀਅਲ ਬਣਦੇ ਨੇ। ਦੁਨੀਆ ਆਪਣੇ ਬੱਚੇ ਨੂੰ ਕਹਿੰਦੀ ਹੈ, ਪੁੱਤ ਉਹਦੇ ਵਰਗਾ ਪਰਉਪਕਾਰੀ ਬਣ, ਤੂੰ ਆਖੋ। ਚਾਨਣ ਮੁਨਾਰਾ, ਉਸ ਜੀਵਨ ਤੋਂ ਦੁਨੀਆ ਬਹੁਤ ਕੁਝ ਸਿੱਖਦੀ ਹੈ, ਬਹੁਤ ਕੁਝ ਪ੍ਰਾਪਤ ਕਰਦੀ ਹੈ। ਸ੍ਰੀ ਰਾਗ ਮਹੱਲਾ ਪੰਜਵਾਂ, ਸ੍ਰੀ ਰਾਗ ਦਾ 72ਵਾਂ ਸ਼ਬਦ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਦੂਸਰਾ ਸ਼ਬਦ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਮਨ ਨੂੰ ਸਮਝਾਉਂਦੇ ਨੇ, ਜਿਹੜਾ ਮਨ ਦੁਨਿਆਵੀ ਪ੍ਰਾਪਤੀਆਂ ਦੇ ਲਾਲਚ ਵਿੱਚ ਉਲਝ ਗਿਆ, ਮਸਤ ਹੋ ਗਿਆ। ਜੋ ਕਰਨਾ ਹੈ ਉਹਦੇ ਲਈ ਟਾਈਮ ਹੀ ਨਹੀਂ, ਜੋ ਕਰਨਾ ਹੈ ਉਹਦੇ 'ਚ ਧਿਆਨ ਚੇਤਾ ਹੀ ਨਹੀਂ, ਫਸ ਗਿਆ, ਉਸ ਵਿੱਚ ਜਾਲ ਵਿੱਚ ਫਸ ਗਿਆ। ਮੱਕੜੀ ਵਾਂਗੂ ਆਪਣੇ ਹੀ ਬੁਣੇ ਜਾਲ ਵਿੱਚ ਫਸ ਗਿਆ। ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆਂ। ਸੋਚਦਾ ਮੇਰੇ ਕੋਲ ਬਹੁਤ ਸਾਰਾ ਪੈਸਾ ਆਏਗਾ, ਮੈਂ ਇੰਨਾ ਪੈਸਾ ਜੋੜ ਲਵਾਂਗਾ, ਮੇਰੀਆਂ 3 ਪੀੜ੍ਹੀਆਂ ਨੂੰ ਕੁਝ ਨਹੀਂ ਕਰਨ ਦੀ ਲੋੜ ਪੈਣੀ। ਹੱਦ ਹੋ ਗਈ, ਕਿੱਡਾ ਵੱਡਾ ਭੁਲੇਖਾ। ਇਸ ਪੈਸੇ ਨਾਲ ਮੈਨੂੰ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ, ਬੜਾ ਆਨੰਦ ਹੋਏਗਾ, ਰੰਗ ਘਣਾ। ਭੁੱਲ ਗਿਆ ਇਸ ਕਲਪਨਾਤਮਿਕ ਖੁਸ਼ੀਆਂ ਦੇ ਵਿੱਚ। ਪੈਸਾ ਕਮਾਉਣ ਦੇ ਲਈ ਸਾਰੀ ਜ਼ਿੰਦਗੀ ਲਾ ਦਿੱਤੀ। ਪਰਿਵਾਰ ਦੇ ਵਿੱਚ ਏਕਤਾ ਇਤਫਾਕ ਖੰਭ ਲਾ ਕੇ ਉੱਡ ਗਿਆ। ਭਾਵਨਾਵਾਂ ਦੀ ਸਤਿਕਾਰ ਕਦਰ ਖੰਭ ਲਾ ਕੇ ਉੱਡ ਗਿਆ। ਮਾਪਿਆਂ ਦੀ ਸੇਵਾ, ਬੱਚਿਆਂ ਨੂੰ ਸੰਸਕਾਰ ਵੰਡਣੇ, ਪਤੀ ਪਤਨੀ ਦੇ ਗੂੜੇ ਸਾਂਝ ਦੇ ਆਨੰਦ, ਬੱਚਿਆਂ ਨੂੰ ਸੰਸਕਾਰ ਵੰਡਣ ਦੇ ਵਿੱਚ, ਬੱਚਿਆਂ ਨੂੰ ਗੁਰੂ ਵਿਰਸੇ ਦਾ ਪਿਆਰ ਵੰਡਣ ਦੇ ਵਿੱਚ ਪਤਨੀ ਪਤੀ ਨਾਲ ਸਹਾਈ ਹੁੰਦੀ ਤੇ ਪਤੀ ਪਤਨੀ ਨਾਲ ਸਹਾਈ ਹੁੰਦਾ, ਐਸੀਆਂ ਦਾਤਾਂ ਤੋਂ ਖਾਲੀ ਰਹਿ ਗਿਆ। ਇੱਕ ਦਿਨ ਜਾ ਕੇ ਪਤਾ ਲੱਗਦਾ ਹੈ, ਮੈਂ ਕੁਛ ਨਹੀਂ ਖਟਿਆ, ਫੇਲ ਹੋ ਗਿਆ, ਸਭ ਕੁਝ ਗਵਾ ਲਿਆ। ਜ਼ਿੰਦਗੀ 'ਚ ਮੌਕੇ ਮਿਲੇ ਹੋਣਗੇ, ਉਹ ਮੌਕੇ ਗਵਾਲੇ ਹੋਣਗੇ, ਇਸ ਜਾਲ ਵਿੱਚ ਫਸੇ ਹੋਏ ਨੇ। ਵਾਹਿਗੁਰੂ ਜੀ ਚਾਂਸਸ ਦਿੰਦੇ ਨੇ, ਮੌਕੇ ਦਿੰਦੇ ਨੇ, ਵਿਧੀਆਂ ਵਰਤਾਉਂਦੇ ਨੇ। ਇੱਦਾਂ ਕਹਿ ਲਓ, ਵਾਹਿਗੁਰੂ ਜੀ ਖੁਦ ਵਿਧੀ ਬਣ ਕੇ, ਵਰਤਾਰੇ ਬਣ ਕੇ ਤੇਰੇ ਕੋਲ ਆਉਂਦੇ ਨੇ। ਮਨ ਦੇ ਪਿੱਛੇ ਲੱਗਿਆ ਹੋਇਆ, ਸੁਭਾਅ ਦੇ ਪਿੱਛੇ ਲੱਗਿਆ ਹੋਇਆ, ਇਹ ਅੰਧੇ ਮਨ ਨੂੰ ਉਹ ਬਖਸ਼ਿਸ਼ ਦਿਸਦੀ ਨਹੀਂ। ਆਖੋ ਵਾਹਿਗੁਰੂ। ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆ। ਇਹਨੂੰ ਲੱਗਦਾ ਮੇਰੇ ਕੋਲ ਬਾਦਸ਼ਾਹਤ ਹੋਵੇ, ਛਤਰ ਝੁਲਦਾ ਹੋਵੇ, ਭਾਵ ਮੈਂ ਬਹੁਤ ਵੱਡਾ ਅਮੀਰ ਹੋਵਾਂ, ਪ੍ਰਾਪਰਟੀ ਦਾ ਮਾਲਕ ਹੋਵਾਂ। ਸਤਿਗੁਰੂ ਕਹਿੰਦੇ ਇਹਨੂੰ ਇਹ ਨਹੀਂ ਪਤਾ, ਇਹ ਸਭ ਕੁਛ ਨੇ ਤੇਰੀ ਜ਼ਿੰਦਗੀ ਵਿੱਚ ਚਿੰਤਾਵਾਂ, ਟੈਨਸ਼ਨ ਦੇ ਜਾਲ ਵਿੱਚ ਤੈਨੂੰ ਫਸਾ ਲੈਣਾ। ਸਹਸੇ ਪਰੀਆ, ਇਹ ਚਿੰਤਾ ਵਿੱਚ ਪੈ ਜਾਣਾ ਤੂੰ। ਜਿਸ ਪ੍ਰਾਪਰਟੀ ਦੇ ਲਈ ਸਾਰੀ ਜ਼ਿੰਦਗੀ ਲਾ ਕੇ ਬੱਚਿਆਂ ਲਈ ਟਾਈਮ ਨਹੀਂ ਕੱਢ ਸਕਿਆ, ਗੁਰੂ ਵਿਰਸੇ ਦਾ ਪਿਆਰ ਵੰਡਣ ਲਈ ਟਾਈਮ ਨਹੀਂ ਕੱਢ ਸਕਿਆ, ਉਸ ਪ੍ਰਾਪਰਟੀ ਦੇ ਐਸੇ ਮੈਸੇਜ ਆਉਂਦੇ ਨੇ, ਉਹ ਮੈਸੇਜ ਤੇਰੀ ਨੀਂਦਾਂ ਖਰਾਬ ਕਰ ਦਿੰਦੇ ਨੇ, ਤੈਨੂੰ ਖਿਜਣ ਲਾ ਦਿੰਦੇ ਨੇ, ਬਲੱਡ ਪ੍ਰੈਸ਼ਰ ਹੋਣਾ ਸ਼ੁਰੂ ਹੋ ਜਾਂਦਾ।
ਪਤਾ ਹੀ ਨਹੀਂ ਲੱਗਿਆ ਤੂੰ ਚਿੰਤਾਵਾਂ ਸਹੇੜੀਆਂ ਨੇ। ਇਸ ਲਈ ਭਾਈ ਰੇ ਸੁਖ ਸਾਧ ਸੰਗ ਪਾਇਆ, ਮਨ ਗੁਰੂ ਦਾ ਸੰਗ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਜਾਣਾ, ਪਾਠ ਕਰ ਲੈਣਾ, ਇਹ ਤੇ ਉਦਮ ਹੈ, ਯਤਨ ਹੈ। ਅੰਦਰੋਂ ਗੁਰੂ ਦੇ ਉਪਦੇਸ਼, ਗੁਰ ਸਰੂਪ ਦੇ ਦੀਦਾਰ ਕਰਨੇ, ਇਹ ਪਿਆਰਿਆ ਸੱਚ ਦੀ ਸੰਗਤ ਹੈ। ਅਸੀਂ ਤੇ ਕਈ ਵਾਰੀ ਗੁਰੂ ਦੀ ਬਾਣੀ ਨੂੰ ਸਿੱਖਣ ਵਾਸਤੇ ਯਤਨ ਹੀ ਨਹੀਂ ਕੀਤਾ। ਹੁਕਮਨਾਮਾ ਸੁਣਦੇ ਆ, ਪਤਾ ਹੀ ਨਹੀਂ ਲੱਗ ਰਿਹਾ ਕੀ ਕਹਿ ਰਹੇ ਨੇ। ਪਤਾ ਲੱਗ ਰਿਹਾ ਤੇ ਕੋਲੋਂ ਹੀ ਥੋੜੀ ਜੀ ਸਮਝ ਆਉਂਦੀ ਹੈ ਤੇ ਅਸੀਂ ਸੋਚਦੇ ਜਿੰਨਾ ਮੈਨੂੰ ਸਮਝ ਆਈ ਹੈ ਠੀਕ ਹੈ, ਮੈਨੂੰ ਪਤਾ ਲੱਗ ਗਿਆ। ਨਹੀਂ ਪਤਾ ਲੱਗਿਆ। ਪਤਾ ਲੱਗਿਆ ਹੁੰਦਾ ਤੇ ਅੰਦਰ ਬੈਠੀ ਨਫ਼ਰਤ ਵੀ ਦਿਸ ਜਾਂਦੀ। ਪਤਾ ਲੱਗਿਆ ਹੁੰਦਾ ਤੇ ਅੰਦਰੋਂ ਜੈਲਸ ਹੋਣ ਦੀ ਜਿਹੜੀ ਅੰਸ਼ ਬੈਠੀ ਹੈ ਨਾ, ਉਹਦਾ ਪਤਾ ਲੱਗ ਜਾਣਾ। ਆਪਣੇ ਸੁਭਾਅ ਨੂੰ ਪਰਫੈਕਟ ਮੰਨਣ ਦੀ, ਆਪਣੇ ਸੋਚ ਨੂੰ ਪਰਫੈਕਟ ਮੰਨਣ ਦਾ ਹੰਕਾਰ ਵੀ ਦਿਸ ਜਾਣਾ ਸੀ। ਹਾਲੇ ਗੁਰੂ ਦੀ ਸੰਗਤ ਮਨ ਨੇ ਨਹੀਂ ਕੀਤੀ। ਸਰੀਰ ਕਰਦਾ ਹੈ, ਗੁਰੂ ਕੋਲ ਬੈਠਦਾ ਹੈ, ਉਪਦੇਸ਼ ਮੰਨੇਗਾ ਤੇ ਸੰਗਤ ਕਰੇਗਾ। ਇਸ ਸੰਗਤ ਦੇ ਵਿੱਚੋਂ ਜਦੋਂ ਇਹ ਮਨ ਗੁਰੂ ਦੇ ਉਪਦੇਸ਼ ਮੰਨਦਾ ਹੈ ਨਾ, ਲਿਖਿਆ ਲੇਖ ਤਿਨ ਪੁਰਖ ਵਿਧਾਤਾ, ਦੁੱਖ ਸਹਿਸਾ ਮਿਟ ਗਿਆ ਰਹਾਓ। ਇਹਦੀ ਸੋਚ ਦੇ ਵਿੱਚ ਗੁਰੂ ਦੀ ਮੱਤ, ਗੁਰੂ ਦੀ ਸੋਚ ਲਿਖੀ ਜਾਂਦੀ ਹੈ। ਇਹਦੇ ਸੁਭਾਅ ਵਿੱਚ ਗੁਰੂ ਦੇ ਉਪਦੇਸ਼ ਦਾ ਗਿਆਨ ਲਿਖਿਆ ਜਾਂਦਾ। ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਐਸੀ ਵਿਧੀ ਵਰਤਾਉਂਦੇ ਨੇ, ਕਿਉਂਕਿ ਵਿਧਾਤਾ ਹੈ, ਵਿਧੀਆਂ ਦੇ ਨਾਲ ਉਹ ਪੈਦਾ ਕਰਨ ਵਾਲੇ ਨੇ। ਇਹਦਾ ਦੁੱਖ ਅੰਦਰੋਂ ਸ਼ੰਕਾ ਮਿਟ ਜਾਂਦਾ ਹੈ, ਅਸਲੀ ਮਾਰਗ ਤੇ ਤੁਰ ਪੈਂਦਾ। ਜੇਤੇ ਥਾਨ ਥਨੰਤਰਾ ਤੇ ਪਵਾਇਆ। ਸਤਿਗੁਰੂ ਕਹਿੰਦੇ ਜਿੰਨੇ ਵੀ ਥਾਨ ਥਨੰਤਰ ਨੇ, ਸਾਰੀ ਦੁਨੀਆ ਦੀ ਰਿਸਰਚ ਕਰਕੇ ਦੇਖੀ, ਸਭ ਕੁਝ ਨੂੰ ਗੌਰ ਨਾਲ ਢੂੰਡ ਕੇ ਦੇਖਿਆ, ਫਰੋਲ ਕੇ ਦੇਖਿਆ। ਧਨ ਪਾਤੀ ਵੱਡ ਭੂਮੀਆਂ, ਮੇਰੀ ਮੇਰੀ ਕਰ ਪਰਿਆ। ਧਨ ਪਾਤੀ, ਅਮੀਰ, ਵੱਡ ਭੂਮੀਆਂ, ਆਪਣੇ ਆਪ ਨੂੰ ਲੈਂਡਲੋਰਡ ਬਣਨ ਦੀ ਭੁੱਖ। ਇਸ ਮੇਰੀ ਮੇਰੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਖੱਜਲ ਖੁਆਰ ਹੋਇਆ, ਚਿੰਤਾਵਾਂ ਸੇੜ ਲਈਆਂ। ਹੁਕਮ ਚਲਾਏ ਨਿਸੰਗ ਹੋਏ, ਵਰਤੈ ਅਫਰਿਆ। ਹਰ ਕੋਈ ਮੇਰਾ ਹੁਕਮ ਮੰਨੇ। ਹਰ ਇੱਕ ਤੇ ਆਪਣੇ ਸੁਭਾਅ ਨੂੰ ਥੋਪਣਾ, ਆਪਣੀ ਸੋਚ ਨੂੰ ਥੋਪਣਾ। ਆਫਰਿਆ ਫਿਰਦਾ ਮਨ ਹੰਕਾਰ ਵਿੱਚ। ਇਹਨੂੰ ਪਤਾ ਹੀ ਨਹੀਂ ਇਹ ਹੰਕਾਰ ਹੈ, ਇਹ ਆਫਰਨਾ ਹੈ। ਸਭ ਕੋ ਵਸਗਤ ਕਰ ਲਿਓਨ, ਬਿਨ ਨਾਵੈ ਖਾਕ ਰਲਿਆ। ਹਰ ਇੱਕ ਨੂੰ ਆਪਣੇ ਵਸ ਵਿੱਚ ਕਰਨ ਦੀ ਭਾਵਨਾ ਦੇ ਵਿੱਚ, ਇਹ ਵੀ ਮੇਰੀ ਗੱਲ ਮੰਨੇ, ਇਹ ਵੀ ਮੇਰੀ ਗੱਲ ਮੰਨੇ। ਜ਼ਿਆਦਾ ਦੁਖੀ ਇਸ ਲਈ ਹੋਣ ਲੱਗ ਪਿਆ ਕਿਉਂਕਿ ਉਹਦੀ ਗੱਲ ਹੀ ਕੋਈ ਨਹੀਂ ਮੰਨ ਰਿਹਾ। ਬਾਹਰ ਤੇ ਕੀ ਮੰਨਣਾ ਹੈ, ਰਿਸ਼ਤਿਆਂ ਨੇ ਮੰਨਣੀ ਬੰਦ ਕਰ ਦਿੱਤੀ। ਜਦੋਂ ਰਿਸ਼ਤੇਦਾਰਾਂ ਨੇ ਮੰਨਣੀ ਬੰਦ ਕਰ ਦਿੱਤੀ, ਫਿਰ ਘਰ ਤੇ ਚਲਾਉਣ ਲੱਗਿਆ, ਘਰਦਿਆਂ ਨੇ ਵੀ ਮੰਨਣੀ ਬੰਦ ਕਰ ਦਿੱਤੀ। ਅਸਲੀ ਬਖਸ਼ਿਸ਼ ਵਾਲੇ ਰਸਤੇ ਨੂੰ ਸਮਝ ਨਾ ਸਕਿਆ। ਰੱਬੀ ਉਪਦੇਸ਼, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਨਾ ਸਮਝ ਕੇ ਅੰਦਰੋਂ ਵੀ ਖਾਕ ਰਲਿਆ। ਆਤਮਿਕ ਜੀਵਨ ਗਵਾ ਗਿਆ, ਬਾਹਰੋਂ ਵੀ ਸਭ ਕੁਝ ਗਵਾ ਗਿਆ। ਕੋਟ 33 ਸੇਵਕਾ, ਸਿੱਧ ਸਾਧਕ ਦਰ ਖਰਿਆ। ਸਤਿਗੁਰੂ ਕਹਿੰਦੇ ਪਿਆਰਿਆ, ਜਿਹੜਾ ਹੁਕਮ ਚਲਾਉਣ ਦੀ ਗੱਲ ਹੈ, ਜੇ 33 ਕਰੋੜ ਦੇਵਤੇ ਸਾਧੂ ਜਿਤਨੇ ਸਿੱਧ ਲੋਕ ਨੇ ਸਾਰੇ ਤੇਰੇ ਦਰ ਤੇ ਖੜਨ ਮੰਨਣ, ਇੱਕ ਕਹਾਵਤ ਹੁੰਦੀ ਹੈ, ਸਾਰਿਆਂ ਨੂੰ ਵਿੱਚ ਲੈ ਲੈਣਾ। ਜਿਵੇਂ ਕਹਿਣਾ ਵੀ ਟਰੰਪ ਵੀ ਤੇਰੀ ਹੁਕਮ ਮੰਨਦਾ ਹੋਵੇ, ਜੋ ਬਾਈਡਨ ਵੀ ਤੇਰਾ ਹੁਕਮ ਮੰਨਦਾ ਹੋਵੇ, ਓਬਾਮਾ ਜਾਂ ਜਸਟਿਨ ਟਰੂਡੋ ਤੁਹਾਡੀ ਗੱਲ ਮੰਨਦੇ ਹੁਣ। ਇਹ ਇੱਕ ਉਦਾਹਰਣ ਹੁੰਦੀ ਹੈ। ਇਹ ਨਹੀਂ ਹੁੰਦਾ ਕਿ ਉਹ ਬਾਦਸ਼ਾਹ ਜਾਂ ਉਹ ਹੁਕਮ ਮੰਨਦੇ ਨੇ। ਇੱਕ ਉਦਾਹਰਣ ਹੁੰਦੀ ਹੈ। ਸਾਰੇ ਦੇਵੀ ਦੇਵਤੇ ਜੋ ਵੀ ਵੱਡੇ ਵੱਡੇ ਨੇ, ਜਿਨ੍ਹਾਂ ਨੂੰ ਵੱਡੇ ਵੱਡੇ ਮੰਨਿਆ, ਸਾਰੇ ਤੇਰੇ ਦਰ ਤੇ ਖੜੇ ਹੋਣ। ਗਿਰਮ ਬਾਰੀ ਵੱਡ ਸਾਹਿਬੀ, ਸਭ ਨਾਨਕ ਸੁਪਨ ਕੀਆ। ਗਿਰਮ ਬਾਰੀ, ਵੱਡੀ ਜ਼ਿੰਮੇਵਾਰੀ, ਵੱਡ ਸਾਹਿਬੀ, ਹਕੂਮਤ ਮਿਲ ਜਾਵੇ ਤੈਨੂੰ, ਬਾਦਸ਼ਾਹ ਮਿਲ ਜਾਵੇ, ਦੁਨੀਆ ਦਾ, ਦੇਸ਼ ਦਾ ਰਾਜਾ ਬਣ ਜੇ। ਸਤਿਗੁਰੂ ਕਹਿੰਦੇ ਜਿਹੜੀਆਂ ਭੁੱਖਾਂ ਨੇ ਨਾ ਵੱਡਾ ਬਣਨ ਦੀਆਂ, ਅਮੀਰ ਬਣ ਕੇ ਵੱਡਾ ਬਣਨਾ, ਪ੍ਰਾਪਰਟੀ ਇਕੱਠੀ ਕਰਕੇ ਵੱਡਾ ਬਣਨਾ, ਜਾਂ ਹੁਕਮ ਚਲਾਉਣ ਪਦਵੀ ਦੇ ਨਾਲ ਵੱਡਾ ਬਣਨਾ, ਨਾਨਕ ਸੁਪਨ ਥਿਆ। ਇਹ ਮੇ ਸੁਪਨ ਹੈ ਪਿਆਰਿਆ, ਸਬਜ ਬਾਗ ਹੈ। ਅਸਲੀ ਮਾਰਗ ਸਮਝ ਨਹੀਂ ਆਇਆ। ਸਤਿਗੁਰੂ ਕਿਰਪਾ ਕਰ, ਗੁਰੂ ਦੇ ਉਪਦੇਸ਼ ਅੰਦਰ ਬਸਣ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ
ਪੀਵੈ